इस तरह के होर वीडियोस देखने लिए चैनल ਨੂੰ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰੋ ਅਤੇ ਬੈਲ ਆਈਕਨ ਪ੍ਰੈਸ ਜ਼ਰੂਰ ਕਰੋ ਤਾਂ ਕਿ ਤੁਹਾਡੇ ਤੱਕ ਸਭ ਤੋਂ ਪਹਿਲਾਂ ਇਸ ਦਾ ਨੋਟੀਫਿਕੇਸ਼ਨ ਪਹੁੰਚ ਜਾਵੇ। पूछना पैना है 3 नंबर या 3 नंबर ਫਿਰੋਜ਼ਪੁਰ ਤੋਂ ਹੈ ਨਹੀਂ ਫਿਰੋਜ਼ਪੁਰ ਤੋਂ ਨਾਲ ਪਿੰਡ ਤਿੰਨ ਮੰਜ਼ਿਲ ਦੀ ਲੋਕੇਸ਼ਨ ਹੈ। ਬਲਕਾਰ ਸਿੰਘ ਅਜੀਤ ਸਿੰਘ ਬਲਕਾਰ ਸਿੰਘ ਹੈ ਅਜੀਤ ਸਿੰਘ ਬਲਕਾਰ ਕਿਹੜਾ ਉਹ ਹੈ ਕਿਹੜਾ ਇੱਧਰ ਤੁਹਾਡਾ ਬਲਕਾਰ ਸਿੰਘ ਨਹੀਂ ਨਾ ਬਲਕਾਰ ਸਿੰਘ ਕਿਹੜਾ ਤੁਸੀਂ ਹੋ हाँ जी ऊपर शिफ्ट करते ऊपर है मेरे हिसाब नाल ऊपर है ऊपर कहते किधर है ऊपर है कि जी इधर इधरले सामने बोर्ड ਹੋ ਯਾਰ ਥੱਲੇ ਨੂੰ ਮੈਂ ਹੀ ਡਾਕਟਰ ਨੂੰ ਫੋਨ ਕੀਤਾ ਜੀ ਠੀਕ ਹੈ ਮੈਨੂੰ ਪੁੱਛੀ ਰਾਮ ਦਾ ਫੋਨ ਆਇਆ ਸੀ ਹਾਂ ਸਾਰਾ ਹੈ ਕਿ ਬੁਲਾਇਆ बोले आए राजू नु ਮੈਂ ਇੱਥੇ ਪੈਸੇ ਤਾਂ ਬਹੁਤ ਮੈਂ ਕਹਿੰਦਾ ਹੁਣ ਮੁੰਡੇ ਕੋਈ ਡਾਕਟਰ ਸਾਹਿਬ ਆਉਂਦੇ ਇੱਥੇ ਆਉਂਦੇ परमिशन लइए वीडियो हाँ, हाँ। तेरे परमिशन ਮੈਂ ਡਾਕਟਰ ਸਾਹਿਬ ਨੂੰ ਨੰਬਰ ਕੱਢੀ ਜਾਂਦੇ ਡਾਕਟਰ ਸਾਹਿਬ ਨੂੰ ਆਉਂਦੇ ਥੱਲੇ क्योंकि कैमरे लगे हुए नहीं कोई गल नहीं डॉक्टर साहब कोई आया कि नहीं मैं वही बंदा ही ठीक है तुम जाओ हाँ जी ठीक है ठीक कल मैं बहुत जान के लगा पिछले जान का फोन आया ही तड़के में अच्छा मैं जाना उस एरिए च अज अच्छा तो मैं डॉक्टर साहब मिल के आऊँगा किस मलोट तो आए मलोट को ਆ ਜਿੰਦਾ ਮੁੰਡਾ ਆਪਣੇ ਕੋਲ ਆਇਆ ਡਾਕਟਰ ਸਾਹਿਬ ਕੇਅਰ ਬਹੁਤ ਕੀਤੀ ਉਹਨੇ ਕਹਿੰਦਾ ਢਿੱਲਾ ਜਾਂਦੇ ਹੋ ਗਿਆ ਸੀਗਾ ਅੱਛਾ ਬਹੁਤ ਕੇਅਰ ਨਹੀਂ ਉਹ ਮੈਂ ਉਹਦੇ ਮੁੰਡੇ ਕੋਲ ਫੋਨ ਆਉਂਦਾ ਉਹਦੇ ਕੋਲ ਕਿੱਥੇ ਉਹਨੇ ਆਇਆ ਫੋਨ ਵੀ ਸਾਈ ਨਾ ਕਰੀ ਆਵੇ ਆ ਕੇ ਬਸ ਮੈਨੂੰ ਮਤ ਜਾ ਕੇ ਛੋਟੀ ਜਿਹੀ ਬਣਾ ਘੱਟ ਪਾਸੇ ਪੂਰਾ ਤੁਹਾਡੇ ਗੇੜੀ ਦੇ ਨਾਲ ਅਨਮਨ ਅਜੀਤ ਸਿੰਘ ਹਾਂਜੀ बलकार सिंह का नाम अजीत सिंह
ਹੋਰ ਕੋਈ ਗੱਲ ਹੋਰ ਹੋਵੇ ਕੋਈ ਰਵੀ ਆ ਓਏ ਆ ਜਾ ਹੁਣ ਇੱਥੇ ਆ ਮੇਰਾ ਟੱਪ ਇੱਕ ਵਾਰ ਬੁਲਾਓ ਆਹੋ ਛੁੱਟੀ ਆਏ ਫੇਰ ਕਹੋ ਪਰੌਣ ਬੰਦੇ ਆਏ ਆ ਬੰਦੇ ਆਏ ਮਰੋੜ ਤੋਂ ਆਪ ਦੇ ਧਿਆਨ ਨਾਲ ਫਿਰ ਕੁਝ ਬਾਤ ਲੈਣੀ ਕੋਈ ਨਹੀਂ ਪਿੰਡ ਤੋਂ ਪਿੰਡ ਦਾ ਮਤਲਬ ਵਰਪਾਲ ਤੇ ਲੈ ਕਾਹ ਬਾਤ ਹੈ ਤਾਂ ਪਸੰਦ ਮਿਲੇ ਰਾਣਾ ਉਹਦੇ ਥੱਲੇ ਲੱਗੇ ਆ ਕਰਕੇ ਦਾ ਕੰਮ ਨਹੀਂ ਚਾਹ ਪੀਤੇ ਬੇਟਾ ਜੀ ਜਿੰਨਾ ਨੇ ਆਪਾ ਜੀ ਬੇਟੇ ਦੀ ਇਹ ਚੱਕਰ ਕਿ ਤੁਹਾਡੀ ਕਿਵੇਂ ਵਧੀਆ ਇਹ ਕੀ ਟਾਈਮ ਇਹ ਕਿ ਪਿੰਕੇ ਦੇ ਉਧਰ ਲੈ ਕੇ ਠੀਕ ਚਲੀ ਗਿਆ ਚਾਹ ਪਾਣੀ ਨਹੀਂ ਬੱਚਾ ਨਹੀਂ ਲੈ ਚਾਹ ਨਹੀਂ ਚਾਹ ਨਹੀਂ ਕੋਈ ਪੀਛੇ ਕਰਦਾ ਬਾਕੀ ਇਹ ਸੇਵਾ ਕਰਨ ਨੂੰ ਛੱਡਿਆ ਹਾਂ ਸਿਰ ਤੁਹਾਨੂੰ ਛੱਡਿਆ ਨਾ ਸੇਵਾ ਪੁੱਛਣਾ ਆਪਾਂ ਫੁੱਲ ਕਰਨ ਦੇ ਸੇਵਾ ਨਹੀਂ ਕਮੀ ਹੋਣੀ ਚਾਹੀਦੀ ਜੇ ਆਪਾਂ ਫ੍ਰੀ ਕਰਾਤਾ ਨਾ ਤੇ ਸੇਵਾ ਚ ਕਮੀ ਹੁੰਦੀ ਆ ਦੋ ਦਿਨ ਜਾਤਰਾ ਕਰਕੇ ਸਾਰਾ ਕੁਝ ਅੰਦਰ ਕਰ ਲੈਂਦੇ ਜੇ ਹੋ ਗਿਆ ਇਹ ਘਰ ਦਾ ਨਹੀਂ ਕਰਦਾ ਜਿੰਨੇ ਮੇਰੇ ਕਰਦੇ ਪਿੱਛੇ ਜੀ ਇੱਕ ਨਾ ਮੈਂ ਇੱਥੇ ਆਇਆ ਸੀ ਡਾਕਟਰ ਸਾਹਿਬ ਦੀ ਹਮਾਇਤ ਤੇ ਜਦੋਂ ਹਸਪੀਟਲ ਬੰਦ ਹੋਇਆ ਸੀ ਤੇ ਮੈਂ ਚੌਧਰੀ ਕ੍ਰਿਸ਼ਨ ਲਾਲ ਜੀ ਸਾਬਕਾ ਐਸਐਚਓ ਬਲੋੜ ਤੋਂ ਤੇ ਮੈਂ ਸਮਾਜ ਸੇਵੀਆਂ ਨੂੰ ਇੱਕ ਦਿੱਤਾ ਸੀਗਾ ਮੈਸੇਜ ਵੀ ਜਿਹੜਾ ਤੁਸੀਂ ਤੁਹਾਨੂੰ ਫੰਡ ਆਉਂਦੇ ਆ ਨਾ ਐਨਆਰਆਈਆਂ ਦੇ ਉਹ ਸਹੀ ਤਰੀਕੇ ਨਾਲ ਵਰਤੋ ਤੇ ਮੈਂ ਐਲਾਨ ਡਾਕਟਰ ਸਾਹਿਬ ਨੇ ਐਲਾਨ ਵੀ ਕਰਤਾ ਸੀ ਵੀ ਜਿਹੜਾ ਕ੍ਰਿਸ਼ਨ ਲਾਲ ਚੌਧਰੀ ਦਾ ਕੋਈ ਬੜਾ ਮਰੀਜ਼ ਜਮਾਂ ਹੀ ਕੋਈ ਜਿਹਦੇ ਕੋਲ ਚਾਰ ਪੈਸਾ ਹੈ ਨਹੀਂ ਕੋਈ ਜਿਹੜਾ ਗਰੀਬ ਹੈ ਉਹਦਾ ਮੈਂ ਇਲਾਜ ਫ੍ਰੀ ਕਰੂੰਗਾ ਤੇ ਅੱਜ ਆਹ ਦੇਖ ਲਓ ਜੀ ਆਹ ਬਲਕਾਰ ਸਿੰਘ ਸਰਬਜੀਤ ਸਿੰਘ ਫਿਰੋਜ਼ਪੁਰ ਤੋਂ ਪਿੰਡ ਵਰਪਾਲ ਹੈ ਇਹਨਾਂ ਦਾ ਤੇ ਆਹ ਫ੍ਰੀ ਇਲਾਜ ਹੋ ਗਿਆ ਜੀ ਕਿਉਂਕਿ ਚੌਧਰੀ ਜੋ ਕਹਿੰਦਾ ਉਹ ਕਰਕੇ ਦਿਖਾਉਂਦਾ ਹੈ ਕਿਉਂਕਿ ਸਾਨੂੰ ਕੋਈ ਲਾਲਚ ਦੀ ਹੈ ਨਹੀਂ ਇਸ ਕਰਕੇ ਮੈਂ ਸਮਾਜ ਸੇਵੀਆਂ ਨੂੰ ਚਲੋ ਆ ਜਾਓ 4 ਨੰਬਰ ਥੱਲੇ ਆ ਜਾਓ ਆ ਵੀ 4 ਨੰਬਰ 'ਚ ਬਲਕਾਰ ਸਿੰਘ ਕੋਲੇ ਆ ਜਾਓ ਮੈਂ ਸਮਾਜ ਸੇਵੀ ਜਿਹੜੇ ਪੰਜਾਬ ਦੇ ਉਹਨਾਂ ਨੂੰ ਫੇਰ ਅਪੀਲ ਕਰਦਾ ਕਿ ਸਹੀ ਤਰੀਕੇ ਨਾਲ ਆਪਦਾ ਕੰਮ ਕਰੋ ਕਿਉਂਕਿ ਜੇਕਰ ਡੋਨੇਸ਼ਨ ਤੁਹਾਨੂੰ ਕੋਈ ਬਾਹਰੋਂ ਬੰਦਾ ਭੇਜਦਾ ਨਾ ਗਰੀਬਾਂ ਵਾਸਤੇ ਤੇ ਉਹਨਾਂ ਕੁ ਪੈਸਾ ਜੇ ਲੱਖ ਰੁਪਈਆ ਆਉਂਦਾ ਤਾਂ ਉਹਦੇ ਤੇ 90 ਲਾਓ ਵੀ 10 ਖਾ ਲਓ ਕੋਈ ਚੱਕਰ ਨਹੀਂ ਮੈਂ ਇਹੀ ਵੀਡੀਓ ਪਹਿਲਾਂ ਕੀਤੀ ਸੀ ਕਿ ਸਮਾਜ ਸੇਵੀਆਂ ਨੂੰ ਵੀ ਭਾਈ ਤੁਸੀਂ ਸਹੀ ਹੋ ਕੇ ਕੰਮ ਕਰੋ ਤੇ ਇਸ ਕਰਕੇ ਅੱਜ ਬਲਕਾਰ ਸਿੰਘ ਦਾ ਇਲਾਜ ਕਰਾਇਆ ਜੀ ਡਾਕਟਰ ਸਾਹਿਬ ਵੀ ਆਉਂਦੇ ਆ ਡਾਕਟਰ ਸਾਹਿਬ ਵੀ ਤੁਹਾਨੂੰ ਇਹਦੇ ਬਾਰੇ ਦੱਸਣਗੇ ਤੇ ਇਸ ਕਰਕੇ ਸਮਾਜ ਸੇਵੀਆਂ ਨੂੰ ਮੇਰੀ ਫੇਰ ਮੈਂ ਸੰਕੇਤ ਹੀ ਹੈ ਕਿ ਐਂ ਕਰੋ ਜੇ ਸੇਵਾ ਕਰਨੀ ਆ ਕੋਈ ਪੈਸਾ ਨਹੀਂ ਲੱਗਾ ਬਲਕਾਰ ਸਿੰਘ ਮੇਰਾ 1 ਰੁਪਈਆ ਨਹੀਂ ਲੱਗਾ ਬੋਲੋ ਚਾਹ ਦੇ ਕੱਪ ਤੱਕ ਵੀ ਨਹੀਂ ਲੱਗਾ ਜੀ ਮੇਰਾ ਚਾਹ ਦੇ ਕੱਪ ਤੱਕ ਵੀ ਡਾਕਟਰ ਸਾਹਿਬ ਮਿਹਰਬਾਨੀ ਜੀ ਆ ਬਲਕਾਰ ਸਿੰਘ ਜੀ ਠੀਕ ਹੈ ਜੀ ਤੇ ਪਿੱਛੇ ਜੇ ਡਾਕਟਰ ਸਾਹਿਬ ਨੇ ਕਿਹਾ ਸੀਗਾ ਵੀ ਚੌਧਰੀ ਕ੍ਰਿਸ਼ਨ ਲਾਲ ਦਾ ਜਿਹੜਾ ਕੋਈ ਮਰੀਜ਼ ਆਊਗਾ ਤੇ ਆਪਾਂ ਫਿਰ ਇਲਾਜ ਕਰਾਂਗੇ ਆਹ ਬਲਕਾਰ ਸਿੰਘ ਦਾ ਕਰਾਤਾ ਜੀ ਚੂੜਾ ਬਦਲਿਆ ਡਾਕਟਰ ਸਾਹਿਬ ਠੀਕ ਹੈ ਜੀ ਹਾਂਜੀ ਡਰੈਸਿੰਗ ਕਰ ਲਈ ਅੱਜ ਕਿੱਥੇ ਸਟਾਫ ਕਿੱਥੇ ਆਏ ਮੈਡਮ ਇਹ ਸਮਾਜ ਸੇਵੀਆਂ ਨੂੰ ਇਹ ਸੰਕੇਤ ਆ ਮੇਰਾ ਵੀ ਜੇ ਸੇਵਾ ਕਰਨੀ ਤਾਂ ਐਂ ਕਰੋ ਕਾਹਦਾ ਮਰੀਜ਼ ਪੇਸ਼ੈਂਟ ਡਰੈਸਿੰਗ ਕਰ ਲਈ ਚੂੜਾ ਸੀ ਹਾਂਜੀ ਠੀਕ ਹੈ ਹਾਂਜੀ ਇਹ ਭਾਜੀ ਸਾਡੇ ਕੋਲ ਐਸਐਚਓ ਸ੍ਰੀ ਕਿਸ਼ਨ ਲਾਲ ਜੀ ਹੁਣਾਂ ਨੇ ਮਰੀਜ਼ ਘੱਲਿਆ ਸੀਗਾ ਸਾਡੇ ਕੋਲ ਔਰ ਪੇਸ਼ੈਂਟ ਦਾ ਚੂੜਾ ਬਦਲਿਆ ਹੈ ਆਪਾਂ ਭਾਜੀ ਚੂੜਾ ਹਾਂਜੀ ਕਿਉਂਕਿ ਮੇਰੇ ਕੋਲ ਇੱਥੇ ਮਰੀਜ਼ ਬਹੁਤ ਜ਼ਿਆਦਾ ਹੁੰਦੇ ਨੇ ਸਾਨੂੰ ਵੈਸੇ ਇੰਨਾ ਯਾਦ ਨਹੀਂ ਰਹਿੰਦਾ
ਪਰ ਇਹਨਾਂ ਦਾ ਚੂਲਾ ਬਦਲਿਆ ਹੈ। ਔਰ ਤੁਹਾਡੇ ਕੋਲ ਬਾਹਰ ਕਿੰਨਾ ਖਰਚਾ ਮੰਗਿਆ? ਬਾਹਰ ਤੁਸੀਂ ਪ੍ਰਾਈਵੇਟ ਪਤਾ ਕੀਤਾ ਹੈ? 1.5 ਲੱਖ ਰੁਪਇਆ ਮੰਗਿਆ। 1.5 ਲੱਖ ਰੁਪਈਆ ਮੰਗਿਆ ਸੀਗਾ ਇਹਨਾਂ ਕੋਲੋਂ। 20 ਘੰਟੇ ਨਾਲ 3 ਰੁਪਏ ਨਹੀਂ ਹੈਂ? 20 ਘੰਟੇ ਨਾਲ ਤੇ ਸਾਹ ਮੰਜੇ ਤੇ ਬੈਠਾ ਰਿਹਾ। ਹਾਂ। ਇਹਦੀ ਤਾਂ ਮੈਂ ਆਇਆ ਤਾਂ ਕੋਈ ਕੁਛ ਕੰਮ ਤੇ ਇਹਨਾਂ ਰਾਈਆਂ ਦਾ ਬਾਹਰ ਦੇ ਕੰਮ ਬਣਾ ਲਾਏ ਹਾਂਜੀ ਹਾਂਜੀ ਹਾਂਜੀ। ਇਹਨਾਂ ਤੋਂ ਜੋ ਨਾਲ ਤੇ ਤੱਕ ਦਾ ਔਰ ਇੱਥੇ ਤੁਹਾਡੇ ਕੋਲ ਕਿਸੇ ਨੇ ਕੋਈ ਪੈਸਾ ਤਾਂ ਨਹੀਂ ਮੰਗਿਆ? ਹਾਂਜੀ। ਜਿਆਦਾ ਕੰਮ ਨਹੀਂ ਤੁਹਾਡੇ ਤੋਂ ਨਾ ਗਏ ਆ ਲੰਗਰ ਪਾਣੀ ਰੋਟੀ ਪਾਣੀ ਵੀ ਮਿਲ ਰਿਹਾ ਹੈ ਔਰ ਕੋਈ ਪੈਸਾ ਨਹੀਂ ਲੱਗਾ। ਬਾਕੀ ਚਲੋ ਮਰੀਜ਼ ਦੀ ਇੱਛਾ ਹੁੰਦੀ ਹੈ, ਮਰੀਜ਼ ਨੂੰ ਆਪਾਂ ਇਹ ਗੱਲ ਜ਼ਰੂਰ ਕਹੀਦੀ ਹੈ ਕਿ ਜਿੰਨਾ ਥੋੜਾ ਬਹੁਤ ਸਾਥ ਹੈ ਤੁਸੀਂ ਦੇ ਸਕਦੇ ਹੋ। ਔਰ 1.5 ਲੱਖ ਰੁਪਏ ਦਾ ਖਰਚਾ ਹੈਗਾ। ਇਹਨਾਂ ਦਾ ਚੂਲਾ ਪਾਇਆ ਹੈ, ਇੰਪੋਰਟੈਂਟ ਚੂਲਾ ਇਹਨਾਂ ਦਾ ਪਿਆ ਹੈ। ਔਰ ਜਿਹੜਾ ਚੂਲਾ ਵਾ ਉਹੀ 50 55 60 ਹਜ਼ਾਰ ਰੁਪਏ ਦਾ ਤੇ ਇਕੱਲਾ ਚੂਲਾ ਹੀ ਹੁੰਦਾ ਜਿਹੜਾ ਇਹਨਾਂ ਦੇ ਪਾਇਆ ਹੈ ਆਪਾਂ। ਪਰ ਫਿਰ ਵੀ ਮਰੀਜ਼ਾਂ ਨੂੰ ਆਪਾਂ ਆਪਣੀ ਮਰਜ਼ੀ ਨਾਲ ਕਹਿੰਦੇ ਆ, ਕੋਈ 5000 ਕੋਈ 10000 ਕੋਈ ਸੇਵਾ ਪਾ ਦੇ ਆਪਣੇ, ਕੋਈ ਮਤਲਬ ਉਹਨਾਂ ਦੀ ਚਲੋ ਇੱਛਾ ਹੁੰਦੀ ਹੈ। ਪਰ ਤੁਸੀਂ ਦੇਖ ਸਕਦੇ ਹੋ ਕਿ ਭਾਜੀ ਹੁਣਾਂ ਦਾ ਮੈਨੂੰ ਫੋਨ ਆਇਆ ਸੀਗਾ, SHO ਕਿਸ਼ਨ ਲਾਲ ਜੀ ਹੁਣਾਂ ਦਾ ਫੋਨ ਆਇਆ ਸੀਗਾ ਮਲੌੜ ਤੋਂ। ਇਹ ਅੱਜ ਵੀ ਇਹ ਮਲੌੜ ਤੋਂ ਆਏ ਨੇ ਸਪੈਸ਼ਲ। ਮੈਂ ਇਹ ਗੱਲ ਜ਼ਰੂਰ ਕਹਿਣੀ ਚਾਹਾਂਗਾ ਕਿ ਮਲੌੜ ਤੋਂ ਆਏ ਨੇ ਔਰ ਘੱਟੋ ਘੱਟ ਪੰਜਾਬ ਦੇ ਦੂਜੇ ਬੰਨੇ ਆ, ਮਲੌੜ ਤੇ ਗੁਰਦਾਸਪੁਰ ਜ਼ਿਲ੍ਹਾ ਦੂਜੇ ਬੰਨੇ ਆ। ਘੱਟੋ 5-6 ਹਜ਼ਾਰ ਰੁਪਈਆ ਦਾ ਖਰਚਾ ਹੀ ਆ ਜਾਂਦਾ ਵਾ। ਐਡੀ ਦੂਰੋਂ ਭਾਜੀ ਹੁਣੀ ਆਏ ਨੇ ਔਰ ਚਲੋ ਸਪੈਸ਼ਲ ਚਲੋ ਇਹ ਵੀ ਆਏ ਨਹੀਂ, ਇਹਨਾਂ ਨੇ ਮਰੀਜ਼ ਘੱਲਿਆ ਇੱਥੇ ਤੇ ਚਲੋ ਅੱਜ ਮਰੀਜ਼ ਦਾ ਇਲਾਜ ਹੋ ਚੁੱਕਾ ਹੈ ਔਰ ਮਰੀਜ਼ ਆ ਰਿਹਾ। ਲਾਗੋਂ ਮੜਿਆ ਕਰਿਓ ਵੀ ਭਾਜੀ ਹੁਣਾਂ ਦਾ। ਭਾਜੀ ਤੁਸੀਂ ਮੜਿਆ ਦੱਸੋ ਕਿ ਤੁਹਾਡੇ ਕੋਲ ਬਾਹਰੋਂ ਕਿੰਨਾ ਖਰਚਾ ਮੰਗਿਆ? ਬਾਹਰ ਜੀ ਕਿ 1.5 ਲੱਖ ਮੰਗਿਆ ਮੈਂ। 1.5 ਲੱਖ ਰੁਪਈਆ ਮੰਗਿਆ ਸੀ। ਹਾਂਜੀ ਹਾਂਜੀ। ਇੱਥੇ ਤੁਹਾਨੂੰ ਕਿੰਨੇ ਕੁ ਪੈਸੇ ਬਾਰੇ ਤਾਂ ਨਹੀਂ ਮੈਂ ਕਿਹਾ? ਕਿਸੇ ਨੇ ਪੈਸੇ ਬਾਰੇ ਨਹੀਂ ਹਾਂ, ਕਿਹਾ ਹਾਂ। ਹਾਂਜੀ। ਔਰ ਚਾਹ ਵੀ ਇੱਥੇ ਤੁਹਾਨੂੰ ਹਸਪੀਟਲ ਕਿਵੇਂ ਲੱਗਾ? ਇੱਥੇ ਬਹੁਤ ਵਧੀਆ ਲੱਗਾ ਜੀ। ਨਾਲ ਤੇ ਚਾਹ ਦਾ ਕੰਮ ਟਾਈਮ ਤੋਂ ਟਾਈਮ ਹੀ ਹੋ ਗਿਆ ਕੰਮ ਸਰ? ਹਾਂਜੀ ਇਹ ਵਧੀਆ ਕੰਮ। ਰੋਟੀ ਪਾਣੀ ਮਿਲਦਾ ਬਹੁਤ ਵਧੀਆ ਮਿਲਦਾ। ਅਸੀਂ ਚਾਹ ਦਾ ਕੱਪ ਨਹੀਂ ਪਾਸੇ ਪੀਤਾ ਵੀ ਤੁਹਾਡੇ ਸਿਰੋਂ ਪੀਂਦੇ ਰਹੇ ਹਾਂ। ਅੱਛਾ ਅੱਛਾ ਅੱਛਾ। ਹਾਂਜੀ। ਚਾਹ ਤੱਕ ਵੀ ਚਲੋ ਹਾਂਜੀ, ਕਿਸੇ ਨੇ- ਨਹੀਂ, ਗੱਲ ਕਰਦੇ ਮੈਂ ਹਾਂ। ਇੱਥੇ ਇੱਕ ਗੱਲ ਜ਼ਰੂਰ ਕਹਾਂਗਾ ਕਿ ਮੈਂ ਪਹਿਲਾਂ ਵੀ ਭਾਜੀ ਹੁਣਾਂ ਨੇ ਵੀ ਜਿਵੇਂ ਕਿਹਾ ਹੈ ਕਿ ਮਤਲਬ ਤੁਸੀਂ ਸਾਡੀ ਜ਼ਰੂਰ, ਮੈਂ ਸਾਰੇ ਵੀਰਾਂ ਨੂੰ ਇਹ ਗੱਲ ਕਹਾਂਗਾ ਕਿ ਜਿਹੜੇ ਸਾਡੇ ਕੋਲ ਇਲਾਜ ਹੈਗੇ ਨੇ ਉਹਨਾਂ ਦੀ ਤੁਸੀਂ ਜ਼ਰੂਰ ਸਾਡੇ ਕੋਲੋਂ ਮਦਦ ਲਓ। ਸਿਰਫ ਇੱਕ ਹਾਰਟ ਦਾ ਦਿਲ ਦਾ ਆਪਰੇਸ਼ਨ ਅਜੇ ਹੀ ਨਹੀਂ ਕਰਦੇ ਪਏ ਕਿਉਂਕਿ ਉਹਦੇ ਵਾਸਤੇ ਤਾਂ ਵੈਸੇ 10-15 ਕਰੋੜ ਰੁਪਏ ਦਾ ਇੱਕ ਸੈੱਟ ਬਣਾਉਣਾ ਪੈਂਦਾ ਹੈ। ਉਹ ਜੇ ਸਾਡੀ ਚਲੋ ਪਹੁੰਚ ਤੋਂ ਬਾਹਰ ਆ। ਪਰ ਇਸ ਤੋਂ ਇਲਾਵਾ ਬਾਕੀ ਜਿਹੜੇ ਟ੍ਰੀਟਮੈਂਟ ਨੇ ਤਕਰੀਬਨ ਸਾਡੇ ਕੋਲ ਸਾਰੇ ਨੇ। ਕੋਈ ਲੱਤ ਬਾਂਹ ਟੁੱਟ ਜੇ ਜਾਂ ਅੱਖਾਂ ਦਾ ਆਪਰੇਸ਼ਨ ਆ ਜਾਂ ਬੱਚੇ ਦਾ ਜਾਂ ਗੋਡੇ ਚੂਲੇ ਬਦਲਾਉਣੇ ਨੇ ਜਾਂ ਮਤਲਬ ਪਿੱਤੇ ਦੇ ਵਿੱਚ ਪੱਥਰੀਆਂ ਨੇ ਜਾਂ ਕਿਸੇ ਵੀ ਤਰ੍ਹਾਂ ਦਾ ਮਤਲਬ ਜਿੰਨੇ ਆਪਰੇਸ਼ਨ ਹੁੰਦੇ ਨੇ ਪੇਟ ਦੇ ਸਾਰੇ ਆਪਾਂ ਕਰ ਦਿੰਦੇ ਹਾਂ। ਸਿਰਫ ਇੱਕ ਹਾਰਟ ਦਾ, ਦਿਲ ਦਾ ਭਾਜੀ ਛੱਡ ਕੇ ਹਾਰਟ ਦਾ ਔਰ ਇੱਕ ਆਪਣਾ ਮਤਲਬ ਥੋੜਾ ਦਿਮਾਗ ਦੀ ਸਰਜਰੀ। ਬਾਕੀ ਜਿੰਨੀਆਂ ਮੁੱਢਲੀਆਂ 100 ਚੋਂ 90% ਬਿਮਾਰੀਆਂ ਦੇ ਸਾਰੇ ਇਲਾਜ ਸਾਡੇ ਕੋਲ ਇੱਥੇ ਅਵੇਲੇਬਲ ਨੇ। ਔਰ ਮੈਂ ਇੱਕ ਗੱਲ ਹੋਰ ਵੀ ਤੁਹਾਨੂੰ ਇੱਧਰੋਂ ਦਿਖਾਵਾਂਗਾ ਭਾਜੀ ਉਹਨਾਂ ਦੇ ਕੈਮਰੇ ਥਾਣੀ ਮੈਂ ਦਿਖਾ ਲਾਂਗਾ ਇੱਧਰੋਂ ਦੀ ਕਿ ਆਹ ਜਗ੍ਹਾ ਜਿਹੜੀ ਹੈ ਆਪਾਂ ਪਿੱਛੇ ਲਈ ਹੈ। ਤੁਹਾਨੂੰ ਮੈਂ ਉਦੋਂ ਵੀ ਦਿਖਾ ਲਿਆ ਸੀ। ਆਹ ਤੁਸੀਂ ਪਿੱਛੇ ਦੇਖ ਰਹੇ ਹੋ ਕਿ ਹੁਣ ਸਾਡੇ ਕੋਲ ਮਰੀਜ਼ ਜ਼ਿਆਦਾ ਹੋਣ ਕਰਕੇ ਮਰੀਜ਼ ਸਾਡੇ ਕੋਲ ਜ਼ਿਆਦਾ ਵੱਧ ਗਏ ਨੇ, ਜਿਸ ਕਰਕੇ ਆਪਾਂ ਹੁਣ ਹਸਪੀਟਲ ਨੂੰ ਹੋਰ ਵੱਡਾ ਲੱਗੇ ਆ ਕਰਨ ਔਰ ਜਲਦੀ ਤੋਂ ਜਲਦੀ 200-300 ਬੈੱਡ ਦਾ ਜਿਹੜਾ ਅੱਗੇੋਂ ਭਾਜੀ ਅਸੀਂ ਸ਼ੁਰੂ ਕਰਨ ਲੱਗੇ ਆ। ਬਿਲਕੁਲ ਅੱਗੇ ਹੋਰ ਵਧਾ ਦੇ ਲੱਗੇ ਆ ਮਤਲਬ। ਔਰ ਖਰਚੇ ਬਹੁਤ ਜ਼ਿਆਦਾ ਨੇ ਸਾਡੇ। ਪਰ ਮੈਂ ਇੱਥੇ ਇੱਕ ਗੱਲ ਜ਼ਰੂਰ ਕਹਾਂਗਾ ਕਿ ਅੱਜ ਮੈਂ ਇੱਕ ਗੱਲ ਫਿਰ ਮੈਂ ਪਿੱਛੇ ਵੀ ਇੱਕ ਵੀਡੀਓ ਦੇ ਵਿੱਚ ਗੱਲ ਕਹੀ ਸੀਗੀ ਕਿ ਮਤਲਬ ਤੁਸੀਂ ਕੈਸ਼ ਚਲੋ ਅੱਜ ਕੱਲ੍ਹ ਬੜਾ ਇੱਕ ਰੌਲਾ ਪਿਆ ਹੈ। ਭਾਜੀ ਹੁਣਾਂ ਨੇ ਵੀ ਚਲੋ ਇੱਕ ਆਵਾਜ਼ ਉਠਾਈ ਹੈ। ਮੈਂ ਇਹਦੇ 'ਚ ਇੱਕ ਗੱਲ ਜ਼ਰੂਰ ਅੱਜ ਕਹਾਂਗਾ ਕਿ ਜਿੰਨੇ ਸਮਾਜ ਸੇਵਕ ਵੀਰ ਨੇ ਸਾਰਿਆਂ ਨੂੰ ਹਿਸਾਬ ਦੇਣਾ ਚਾਹੀਦਾ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਅਗਰ ਜਨਤਾ ਅਗਰ ਤੁਹਾਨੂੰ ਲੋਕ ਸੇਵਾ ਭੇਜ ਰਹੇ ਨੇ, NRI ਵੀਰ ਸੇਵਾ ਕਰਦੇ ਨੇ ਔਰ ਅਗਰ ਉਹ ਤੁਹਾਡੇ ਕੋਲ ਹਿਸਾਬ ਮੰਗਦੇ ਨੇ ਕਿ ਸਾਨੂੰ ਹਿਸਾਬ ਦਿਓ ਜਾਂ ਤੁਹਾਡੇ ਕੋਲ ਬੈਲੈਂਸ ਕਿੰਨਾ ਵਾ, ਤੁਹਾਡੇ ਅਕਾਊਂਟ 'ਚ ਕਿੰਨੇ ਪੈਸੇ ਨੇ, ਤੇ ਸਾਨੂੰ ਦੇਣਾ ਚਾਹੀਦਾ। ਇਹ ਸਾਨੂੰ ਵਿਭਾਗ ਦੇਣਾ ਚਾਹੀਦਾ। ਇਹਦੇ 'ਚ ਸਾਨੂੰ ਬਿਲਕੁਲ ਨਹੀਂ, ਕਿਉਂਕਿ ਜੇ ਇੱਕ ਸਮਾਜ ਸੇਵਕ ਵੀਰ ਨੂੰ ਸਵਾਲ ਪੁੱਛਦਾ ਨਾ ਕੋਈ ਕਿ ਸਾਨੂੰ ਹਿਸਾਬ ਦਿਓ ਕਿ ਕਿੰਨੇ ਪੈਸੇ ਤੁਹਾਡੇ ਕੋਲ ਹੈਗੇ ਨੇ, ਕਿੰਨੇ ਆਏ ਨੇ, ਕਿੰਨੇ ਗਏ ਨੇ, ਕਿੰਨੇ ਪਏ ਨੇ, ਔਰ ਇਹ ਚੀਜ਼ ਦਾ ਹਿਸਾਬ ਸਾਨੂੰ ਦੇਣਾ ਚਾਹੀਦਾ। ਇਹ ਅਗਰ ਇਹਦਾ ਹੀ ਨਹੀਂ ਹਿਸਾਬ ਦਿੰਦੇ ਤੇ ਫਿਰ ਸਾਡੇ ਵਰਗੇ ਸਾਰੇ ਲੋਕ ਜਿਹੜੇ ਨੇ ਉਹ ਸਵਾਲਾਂ ਦੇ ਘੇਰੇ ਚ ਆਉਂਦੇ ਨੇ। ਸਾਡਾ ਵੀ ਸਿਰ ਨੀਵਾਂ ਹੁੰਦਾ ਔਰ ਜੇ ਇਹ ਹਿਸਾਬ ਵੀ ਦੇਣਾ ਚਾਹੀਦਾ ਵਾ। ਔਰ ਮੈਂ ਜੇ ਹੁਣ ਅਸੀਂ ਜਿਵੇਂ ਆਪਣੀ ਗੱਲ ਕਰਦਾ ਤੇ ਸਾਨੂੰ ਵੀ ਅਗਰ ਮੈਂ ਸਾਰੇ ਵੀਰਾਂ ਨੂੰ ਇਹ ਗੱਲ ਕਹਿੰਦਾ ਕਿ ਤੁਸੀਂ ਕੈਸ਼ ਅਗਰ ਕੋਈ ਕੈਸ਼ ਵੀਰ ਨਹੀਂ ਦੇਣਾ ਚਾਹੁੰਦਾ ਤੇ ਅਸੀਂ ਬਿਲਕੁਲ ਨਹੀਂ ਕਹਿੰਦੇ ਕਿ ਸਾਨੂੰ ਕੋਈ ਕੈਸ਼ ਪੈਸਾ ਦਿਓ, ਸਾਨੂੰ ਡੋਨੇਸ਼ਨ। ਮੈਂ ਤੇ ਇਹ ਗੱਲ ਕਹਿੰਦਾ ਵਾਂ ਕਿ ਸਾਡੇ ਹਸਪੀਟਲ ਦਾ 60 ਲੱਖ ਦਾ ਖਰਚਾ ਵਾ ਔਰ ਪਿੱਛੇ ਵੀ ਹਸਪੀਟਲ ਬਣਾਉਣ ਲੱਗੇ ਆ ਔਰ ਉਹਦੇ ਵਿੱਚ ਸਾਨੂੰ ਪੈਸੇ ਦੀ ਲੋੜ ਨਹੀਂ ਹੈਗੀ। ਸਾਨੂੰ ਬਿਲਕੁਲ ਪੈਸੇ ਦੀ ਲੋੜ ਨਹੀਂ ਹੈਗੀ। ਤੁਸੀਂ ਗੱਲ ਸੁਣ ਕੇ ਹੈਰਾਨ ਹੋਗੇ ਕਿ ਇੱਕ ਵੀ ਪੈਸੇ ਦੀ ਲੋੜ ਨਹੀਂ। ਉੱਥੇ ਲੋੜ ਵਾ ਇੱਟਾਂ ਦੀ, ਸਰੀਏ ਦੀ, ਸੀਮੈਂਟ ਦੀ। ਬਿਲਕੁਲ ਜੀ। ਤੇ ਤੁਸੀਂ ਇੱਟਾਂ, ਸਰੀਆ, ਸੀਮੈਂਟ ਭਾਵੇਂ ਦਾਨ ਕਰ ਦਿਓ। ਮਤਲਬ ਪਿੱਛੇ ਹੋਰ ਬਣਾਉਣ ਲੱਗੇ ਆ ਸੇਵਾ ਕਰਨ ਵਾਸਤੇ। ਬੜਾ ਵਧੀਆ ਇੱਕ
ਤੁਹਾਡੇ ਵਾਸਤੇ ਵੀ ਬਗੈਰ ਕਿਸੇ ਦਿਮਾਗ ਤੇ ਬੋਝ ਤੋਂ ਬਗੈਰ ਤੁਸੀਂ ਸੇਵਾ ਕਰ ਸਕਦੇ ਹੋ। ਅਗਰ ਸਾਡੇ ਹਸਪੀਟਲ 'ਚ ਕੋਈ ਸੇਵਾਦਾਨ ਕਰਨੀ ਚਾਹੁੰਦਾ ਵਾ ਤੇ 60 ਲੱਖ ਰੁਪਈਆ ਦਾ ਖਰਚਾ ਵਾ, 30 ਲੱਖ ਦੀਆਂ ਇਕੱਲੀਆਂ ਦਵਾਈਆਂ ਹੀ ਲੱਗ ਜਾਂਦੀਆਂ ਨੇ। ਦਵਾਈ ਦਾਨ ਕਰ ਸਕਦਾ ਕੋਈ, ਅਸੀਂ ਦਵਾਈਆਂ ਦੀ ਲਿਸਟ ਦੇ ਦਾਂਗੇ, ਤੁਸੀਂ ਦਵਾਈਆਂ ਦਾਨ ਕਰ ਸਕਦੇ ਹੋ। ਕਿਸੇ ਡਾਕਟਰ ਦੀ 4-4 ਲੱਖ ਰੁਪਇਆ ਤਨਖਾਹ ਵਾ, ਤੁਸੀਂ ਡਾਕਟਰ ਦੀ ਤਨਖਾਹ ਦੇ ਸਕਦੇ ਹੋ। ਕੋਈ 20-25 ਸੱਜਣ ਮਿੱਤਰ ਰਲ ਮਿਲ ਕੇ, ਮਤਲਬ ਕਿਸੇ ਸਟਾਫ ਦੀ 10-12 ਹਜ਼ਾਰ ਤਨਖਾਹ ਹੁੰਦੀ ਹੈ, ਕਿਸੇ ਸਟਾਫ ਦੀ ਸੈਲਰੀ ਪੇ ਕਰ ਸਕਦੇ ਹੋ। ਮਤਲਬ ਜ਼ਰੂਰੀ ਨਹੀਂ ਕਿ ਕੈਸ਼ ਪੈਸਾ ਦੇਣ ਦੇ ਨਾਲ ਹੀ, ਮਤਲਬ ਪੈਸਾ ਹੀ ਡਾਇਰੈਕਟ ਤੁਸੀਂ ਮਟੀਰੀਅਲ ਦੇ ਨਾਲ ਵੀ ਸੇਵਾ ਕਰ ਸਕਦੇ ਹੋ। ਔਰ ਬਾਕੀ ਸਮਾਜ ਸੇਵੀ ਕਹਿੰਦੇ ਸੀ ਵੀ ਉਹਨਾਂ ਦਾ ਵੀ ਫ੍ਰੀ ਕੀਤਾ ਨਾ ਉਹ ਵੀ, ਹਾਂ ਚਲੋ ਵੀ ਬਾਕੀ ਸਮਾਜ ਸੇਵੀ ਕਹਿੰਦੇ ਸੀਗੇ ਜਦੋਂ ਵੀਡੀਓ ਚੱਲੀ ਹੈ ਵੀ ਤੁਸੀਂ ਕਰਾ ਕੇ ਦਿਖਾਓ। ਆਹ ਮਿਸਾਲ ਕਾਇਮ ਕਰਤੀ ਹੈ ਜੀ, ਫ੍ਰੀ ਇਲਾਜ ਕਰਾਤਾ, 1.5 ਲੱਖ ਰੁਪਏ ਦਾ ਇਲਾਜ ਹੈ ਇਹ ਫ੍ਰੀ ਹੋਇਆ ਹੈ। ਤੇ ਫਿਰ ਮੈਂ ਸਮਾਜ ਸੇਵੀਆਂ ਨੂੰ ਕਹਿੰਦਾ ਵੀ 2-3 NGO ਹੈਗੀਆਂ ਪੰਜਾਬ ਦੇ ਵਿੱਚ ਜਿਹੜੀਆਂ ਡੋਨੇਸ਼ਨ ਬੰਦ ਹੋ ਗਈ ਹੈ। NRI ਵੀਰਾਂ ਨੇ ਡੋਨੇਸ਼ਨ ਬੰਦ ਕੀਤੀ ਹੈ ਤੁਹਾਡੇ ਕਾਰਨ। ਜਿਹੜੀਆਂ ਦੂਸਰੀਆਂ NGO ਹੈ ਪੰਜਾਬ ਦੇ ਵਿੱਚ ਕੰਮ ਕਰ ਰਹੀਆਂ, ਤਸਦੀਕ ਕਰ ਲਓ। ਮੈਂ NRI ਵੀਰਾਂ ਨੂੰ ਬੇਨਤੀ ਹੈ ਮੇਰੀ ਕਿ ਤਸਦੀਕ ਕਰ ਲਿਆ ਕਰੋ ਭਾਈ, ਇਹ ਅਸਲ ਗੱਲ ਹੈ। ਤੁਸੀਂ ਡੋਨੇਸ਼ਨ ਕਰੀ ਜਾਂਦੇ ਹੋ, ਲੱਗਦਾ ਉੱਥੇ ਲੱਖ ਹੈ, 10 ਲੱਖ ਆ ਗਿਆ, 9 ਲੱਖ ਕਿੱਥੇ, ਉਹੀ ਅਸੀਂ ਹੁਣ ਰੌਲਾ ਪਾ ਰਹੇ ਹਾਂ। ਤੇ ਇਹ ਚੀਜ਼ ਭੁੱਲ ਜਾਓ ਆਪਣੇ NGO ਸਾਹਿਬਾਨ ਵਾਲਿਓ ਕਿ ਹਿਸਾਬ ਨਹੀਂ ਮਿਲਣਾ, ਹਿਸਾਬ ਅਸੀਂ ਲੈ ਲਾਂਗੇ, ਸਾਨੂੰ ਆਉਂਦਾ ਲੈਣਾ ਅਸੀਂ ਲੈ ਕੇ ਦਿਖਾਵਾਂਗੇ। ਪਰ ਜੇਕਰ ਸੇਵਾ ਕਰਨੀ ਤਾਂ ਐਂ ਕਰੋ। ਬਾਕੀ ਮੈਂ ਡਾਕਟਰ ਸਾਹਿਬ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਹੈ ਜੀ। ਆ ਇੱਕ ਮਰੀਜ਼ ਸਾਡਾ ਕੋਈ ਗੱਲ ਨਹੀਂ। ਮੈਂ ਫਿਰ ਇਹ ਗੱਲ ਕਹਾਂਗਾ ਕਿ ਜਿਵੇਂ ਭਾਜੀ ਨੇ ਕਹਿ ਰਹੇ ਨੇ ਕਿ ਹਿਸਾਬ ਸਾਨੂੰ ਦੇਣਾ ਚਾਹੀਦਾ ਵਾ, ਇਹਦੇ 'ਚ ਕੋਈ ਸ਼ੱਕ ਨਹੀਂ। ਦੇਖੋ ਸਾਡਾ ਅਗਰ ਮੈਂ ਆਪਣੀ ਗੱਲ ਕਰਦਾ ਵਾਂ ਤੇ ਸਾਨੂੰ ਮਹੀਨੇ ਦੀ 7-8 ਲੱਖ ਰੁਪਈਆ ਡੋਨੇਸ਼ਨ ਆਉਂਦੀ ਹੈ, ਸਾਰੀ ਇੰਨੀ ਆਉਂਦੀ ਹੈ। ਕਿਉਂ ਡੋਨੇਸ਼ਨ ਜਦੋਂ ਦਾ ਹੀ ਹਸਪੀਟਲ ਬਣਾਇਆ ਵਾ ਔਰ ਸਾਡੀ ਡੋਨੇਸ਼ਨ ਬਹੁਤ ਘਟ ਗਈ ਆ। ਲੋਕਾਂ ਨੂੰ ਐਂ ਲੱਗਣ ਲੱਗ ਪਿਆ ਵਾ ਕਿ ਜਿਵੇਂ ਇਹਨਾਂ ਦਾ ਇਲਾਜ ਇੱਥੇ ਹੀ, ਇਹਨਾਂ ਦੇ ਮਰੀਜ਼ਾਂ ਦਾ ਇੱਥੇ ਹੁੰਦਾ, ਪਰ ਸਾਡਾ ਜਿਹੜਾ ਖਰਚਾ ਵਾ ਮਹੀਨੇ ਦਾ ਉਹ 60 ਲੱਖ ਰੁਪਈਆ 70 ਲੱਖ ਰੁਪਏ ਦਾ ਖਰਚਾ। ਡਾਕਟਰਾਂ ਦੀਆਂ ਤਨਖਾਹਾਂ, 5 ਲੱਖ ਬਿਜਲੀ ਦਾ ਬਿੱਲ ਹੀ ਆ ਜਾਂਦਾ ਪੂਰੇ ਹਸਪੀਟਲ ਦਾ, ਔਰ ਉਹ ਅਸੀਂ ਕਿੱਥੋਂ ਪੇ ਕਰਦੇ ਆ। ਪਰ ਅਸੀਂ ਚਲੋ ਫਿਰ ਵੀ ਔਖਾ ਸੌਖਾ ਅਸੀਂ ਪੇ ਕਰਦੇ ਆ, ਥੋੜਾ ਬਹੁਤ ਮਰੀਜ਼ ਦੇ ਦਿੰਦੇ ਨੇ। ਹੁਣ ਇੱਕ ਮੈਂ ਤੁਹਾਨੂੰ ਹੋਰ ਮਰੀਜ਼ ਆਓ, ਮੈਂ ਭਾਈ ਇੱਕ ਦਿਖਾਉਂਦਾ, ਬੜਾ ਕ੍ਰਿਟੀਕਲ ਕੇਸ ਹੈ ਨਾ, ਉਸ ਤੋਂ ਵੀ ਜਾਣੋ ਕਰੋ। ਇਹ ਬੱਚਾ ਹਾਂ ਬੇਟਾ ਕੀ ਹੈ ਇਹਨਾਂ ਦੀ ਪੂਰੀ ਲੱਤ ਹੀ ਕੁਚਲੀ ਗਈ ਸੀਗੀ। ਇਹ ਲੱਤ ਪੂਰੀ ਤਰ੍ਹਾਂ ਡੈਮੇਜ ਹੋ ਗਈ ਸੀਗੀ, ਲੱਤ ਕੁਚਲੀ ਗਈ ਸੀਗੀ। ਕਿੱਥੇ ਕਿਹਦੇ ਥੱਲੇ ਆਈ? ਇਹ ਕੋਠੇ ਤੋਂ ਡਿੱਗਿਆ, ਟੀਨਾ ਵਿੱਚ ਹਾਂ ਆ ਗਿਆ। ਪੂਰੀ ਤਰ੍ਹਾਂ ਹੈ ਨਾ, ਲੱਤ ਇਹਦੀ ਕ੍ਰੈਸ਼ ਹੋ ਗਈ ਲੱਤ। ਔਰ ਇਹ ਬੱਚਾ ਹੁਣ ਕੋਠੇ ਤੋਂ ਡਿੱਗਾ, ਟੀਨਾ ਵਿੱਚ ਆ ਗਿਆ। ਔਰ ਇਹਦਾ ਭਾਜੀ ਕੋਈ ਇੱਥੇ ਪੈਸਾ ਲੱਗਾ ਪ੍ਰੈਸ਼ਰ ਨਾਲ? ਨਹੀਂ, ਕੋਈ ਨਹੀਂ ਲੱਗਾ, ਹਾਂ। ਕੋਈ ਪੈਸਾ ਨਹੀਂ ਲੱਗਾ। ਇਹਨਾਂ ਨੇ ਠੀਕ ਕੀਤਾ, ਬੜਾ ਵਧੀਆ ਕੀਤਾ, ਇਹਨਾਂ ਦਾ ਧੰਨਵਾਦ। ਔਰ ਬੜਾ ਵਧੀਆ ਇੱਥੇ ਚਲੋ ਅਸੀਂ ਟ੍ਰੀਟਮੈਂਟ, ਆ ਵੇਖੋ ਪੱਟ ਤੋਂ ਮਾਸ ਕੱਢ ਕੇ, ਪੱਟ ਦੇ ਉੱਤੋਂ ਮਾਸ ਕੱਢ ਕੇ ਤੇ ਜ਼ਖਮ ਤੇ ਲਗਾ ਕੇ, ਔਰ ਬੱਚੇ ਦਾ ਜਿਹੜਾ ਇਲਾਜ ਆ 2 ਆਪਰੇਸ਼ਨ ਇਹਦੇ ਹੋਏ ਨੇ। ਔਰ ਇਹੋ ਅਗਰ ਬਾਹਰ ਕਿਸੇ ਪ੍ਰਾਈਵੇਟ ਹਸਪੀਟਲ 'ਚ ਜਾਂਦੇ ਤੇ 2-2.5 ਲੱਖ ਰੁਪਏ ਦਾ ਖਰਚਾ ਸੀਗਾ ਇਹਨਾਂ ਦਾ। ਬਾਕੀ ਚਲੋ ਮਰੀਜ਼ ਥੋੜਾ ਬਹੁਤ ਸਾਥ ਦਿੰਦੇ ਨੇ ਔਰ ਉਹਦੇ ਨਾਲ ਹੀ ਇਹ ਹਸਪੀਟਲ ਚੱਲਦਾ ਹੈ। ਔਰ ਮੈਂ ਲੋਕਾਂ ਨੂੰ ਇਹ ਕਹਾਂਗਾ ਵੀ ਸਾਡਾ ਉੱਦਾਂ ਤੁਸੀਂ ਵੀ ਸਾਥ ਦਿਆ ਕਰੋ, ਉਹਦੇ ਨਾਲ ਇਹ ਹੈ ਕਿ ਹਸਪੀਟਲ ਹੋਰ ਵੱਡਾ ਬਣ ਸਕਦਾ ਹੈ, ਹੋਰ ਵੱਡਾ ਬਣੇਗਾ, ਵੱਧ ਤੋਂ ਵੱਧ ਵਾਰਡ ਬਣਨਗੇ, ਵੱਧ ਤੋਂ ਵੱਧ ਬੈੱਡ ਲੱਗਣਗੇ, ਵੱਧ ਤੋਂ ਵੱਧ ਡਾਕਟਰ ਆਉਣਗੇ ਤੇ ਲੋਕਾਂ ਦੀ ਵੱਧ ਤੋਂ ਵੱਧ ਸੇਵਾ ਹੋ ਸਕਦੀ ਹੈ। ਬਾਕੀ ਮੇਰੇ ਸਰੋਤਿਆਂ ਨੂੰ ਹੋਰ ਵੀ ਮੇਰੀ ਅਪੀਲ ਹੈ, ਡਾਕਟਰ ਸਾਹਿਬ ਦੇ ਸਰੋਤੇ ਵੀ ਦੇਖਦੇ ਹੋਣੇ ਆ ਕਿ ਕਈ ਵਾਰੀ ਕਮੈਂਟ ਲੋਕ ਕੁਛ ਹੈਗੇ ਆ ਬੰਦੇ ਵਿੱਚ, ਕੁਛ ਕਮੈਂਟ ਮਾੜੇ ਕਰੋ, ਕੋਈ ਗੱਲ ਨਹੀਂ, ਕਮੈਂਟਾਂ ਦੀ ਗੱਲ ਨਹੀਂ। ਤੁਸੀਂ ਸਮਝਦੇ ਹੋ ਪਬਲਿਸਿਟੀ ਕਰ ਰਿਹਾ, ਪਬਲਿਸਿਟੀ ਨਹੀਂ ਜੀ, ਇਹ ਮੈਂ ਅਸਲ ਚੀਜ਼ ਦਿਖਾਤੀ ਆ ਤੁਹਾਨੂੰ ਲਿਆ ਕੇ। ਮੇਰਾ ਕੰਮ ਉਹ ਨਹੀਂਗਾ ਵੀ ਪਹਿਲਾਂ ਵੀਡੀਓ ਬਣਾ ਲਈ, ਵੀਡੀਓ ਬਣਾ ਕੇ ਉਸ ਤੋਂ ਬਾਅਦ ਉਹਨੂੰ ਚਲਾਤੀ 4 ਮਹੀਨੇ, ਉਹਦੀ ਡੋਨੇਸ਼ਨ ਇਕੱਠੀ ਹੋ ਗਈ, ਲਾਉਣਾ ਲੱਖ ਰੁਪਈਆ ਤੇ 15-20 ਲੱਖ ਇਕੱਠਾ ਕਰਨਾ। ਅਸੀਂ ਕੋਈ ਕਿਸੇ ਨੂੰ ਵੀਡੀਓ ਨਹੀਂ ਦਿਖਾਈ, ਉਦੋਂ ਦਿਖਾਇਆ ਬੰਦਾ ਜਦੋਂ ਇਲਾਜ ਹੋ ਗਿਆ ਉਹਦਾ। ਇਹ ਫ੍ਰੀ ਇਲਾਜ ਹੋਇਆ ਜੀ। ਜੇਕਰ ਤਸਦੀਕ ਕਰਨਾ ਹੈ, ਬਲਕਾਰ ਸਿੰਘ ਸਾਨੂੰ ਅਜੀਤ ਸਿੰਘ ਵਰਪਾਲ ਫਿਰੋਜ਼ਪੁਰ ਦਾ ਬੰਦਾ ਹੈ। ਇਹ ਵੀ ਪੇਸ਼ੈਂਟ ਹਾਂਜੀ, ਇਹਨਾਂ ਦੀ ਵੀ ਲੱਤ ਜਿਹੜੀ ਹੈਗੀ, ਇਹ ਲੱਤ ਟੁੱਟੀ ਸੀ ਪਰ ਇਹ ਬੜਾ ਕ੍ਰਿਟੀਕਲ ਕੇਸ ਸੀਗਾ। ਇਹ ਲੱਤ ਟੁੱਟ ਗਈ ਸੀ ਪਰ ਆਪਰੇਸ਼ਨ ਗਲਤ ਹੋ ਗਿਆ ਸੀ। ਕਿੱਥੋਂ ਕਰਾਇਆ? ਗੁਰੂ ਨਾਨਕ ਦੇ ਹਸਪੀਟਲ 'ਚ ਇਹਨਾਂ ਨੇ ਕਰਵਾਇਆ ਸੀਗਾ, ਉਹਨਾਂ ਆਪਰੇਸ਼ਨ ਗਲਤ ਕਰ ਦਿੱਤਾ, ਲੱਤ ਪੂਰੀ ਤਰ੍ਹਾਂ ਖਰਾਬ ਹੋ ਗਈ ਸੀ। ਔਰ ਇਹ ਦੁਬਾਰਾ ਹੁਣ ਇਹਨਾਂ ਦੀ ਲੱਤ ਦੇ ਦਾ ਅਸੀਂ ਆਪਰੇਟ ਕਰ ਰਹੇ, ਕਿਉਂਕਿ ਜਿਹੜੇ ਸਾਡੇ ਕੋਲ ਡਾਕਟਰ ਨੇ, ਡਾਕਟਰ ਸਾਡੇ ਕੋਲ ਵੀਰੇ ਬਹੁਤ ਮਾਹਿਰ ਨੇ। ਉੱਦਾਂ ਇੱਕ ਡਾਕਟਰ ਦੀ ਤਨਖਾਹ ਹੁੰਦੀ ਆ 2 ਲੱਖ ਤੋਂ 2.5 ਲੱਖ ਰੁਪਏ ਤੱਕ, ਪਰ ਜਿਹੜੇ ਅਸੀਂ ਡਾਕਟਰ ਪੁਆਇੰਟ ਕਰਕੇ ਲੈ ਕੇ ਆਉਂਦੇ ਆ ਉਹਨਾਂ ਦੀ 5-5 ਲੱਖ ਰੁਪਈਆ ਤਨਖਾਹ ਵਾ। 5 ਲੱਖ ਇੱਕ ਡਾਕਟਰ ਦੀ ਸੈਲਰੀ ਆ। ਉਹ ਕਾਹਦੀ ਆ ਕਿ ਸਿਰਫ ਡਾਕਟਰ ਮਾਹਿਰ ਨੇ, ਮਤਲਬ ਤਜਰਬੇਕਾਰ ਡਾਕਟਰ ਨੇ। ਔਰ ਸਰ ਗੰਗਾ ਰਾਮ ਹਸਪੀਟਲ ਜਿਹੜਾ ਦਿੱਲੀ ਹਸਪੀਟਲ, ਸਰ ਗੰਗਾ ਰਾਮ ਜਾਂ ਟਾਟਾ ਮੈਮੋਰੀਅਲ ਹਸਪੀਟਲ ਬੰਬੇ, ਇਹਨੇ ਵੱਡੇ ਹਸਪੀਟਲਾਂ 'ਚੋਂ ਅਸੀਂ ਡਾਕਟਰਾਂ ਨੂੰ ਲੈ ਕੇ ਆਉਂਦੇ ਆ ਆਪਣੇ ਹਸਪੀਟਲ 'ਚ, ਤਾਂ ਕਿ ਲੋਕਾਂ ਨੂੰ ਲੋਕਾਂ ਦੇ ਜਿਹੜੇ ਖਰਾਬ ਹੋਏ ਪ੍ਰਸ਼ਨ ਵੀ ਨੇ, ਇਹ ਲੱਤ ਖਰਾਬ ਹੋ ਚੁੱਕੀ ਆ
ਔਰ ਇਹਦਾ ਦੁਬਾਰਾ ਇਹਨੂੰ ਆਪਾਂ ਸਾਡੇ ਡਾਕਟਰ ਜਿਹੜੇ ਠੀਕ ਕਰ ਰਹੇ ਨੇ। ਪਹਿਲਾਂ ਵੀ ਕਿਸੇ ਡਾਕਟਰ ਨੇ ਪ੍ਰਸ਼ਨ ਕੀਤਾ ਹੈ ਪਰ ਲੱਤ ਨਹੀਂ ਸਹੀ ਹੋਈ, ਪਰ ਹੁਣ ਇਸ ਮਰੀਜ਼ ਦੀ ਲੱਤ ਜਿਹੜੀ ਠੀਕ ਕਰਕੇ ਆਪਾਂ ਇਹਨਾਂ ਨੂੰ ਭੇਜਾਂਗੇ ਘਰ। ਪਰ ਮੈਂ ਹਾਂਜੀ ਫਰਵਰੀ ਦੂਜੇ ਮਹੀਨੇ ਮੇਰਾ ਐਕਸੀਡੈਂਟ ਹੋਇਆ ਸੀ ਤੇ ਡਾਕਟਰ ਧਰਮ ਸਿੰਘ ਨੇ ਮੇਰਾ ਆਪਰੇਟ ਕੀਤਾ ਸੀ ਤੇ ਉਹਨਾਂ ਕੋਲ ਹੱਡੀ ਨਹੀਂ ਸੈੱਟ ਬੈਠੀ, ਪਲੇਟ ਦੁਬਾਰਾ ਕੱਢ ਕੇ ਹੁਣ ਫੇਰ ਆਪਰੇਸ਼ਨ ਕੀਤਾ ਉਹਨਾਂ ਨੇ ਹਾਂ ਤੇ ਹੁਣ ਫੇਰ ਇੱਕ ਆਪਰੇਟ ਹੋਣਾ ਵਾ, ਲੱਤ ਸਹੀ ਕਰਨਗੇ ਸਰ। ਕੋਈ ਗੱਲ ਕੋਈ ਤੁਹਾਡੇ ਕੋਲ ਬਾਹਰ ਕਿੰਨਾ ਖਰਚਾ ਮੰਗਿਆ ਬਾਹਰੋਂ ਤੁਸੀਂ ਪਤਾ ਕੀਤਾ ਹੀ ਹੋਣਾ ਵਾ ਕਿਸੇ ਪ੍ਰਾਈਵੇਟ 'ਚ ਵੀ ਜਿਵੇਂ ਬਾਹਰੋਂ ਭਾਈ ਮੇਰਾ ਪਹਿਲਾਂ ਜਿਹੜੇ ਮੇਰੇ ਕੋਲ ਪੈਸੇ ਹੈਗੇ ਨੇ ਮੈਂ ਲਾ ਚੁੱਕਾ ਸਾਰੇ, ਉਹਦਾ ਕਿੰਨਾ ਕੁ ਤੇ ਖਰਚਾ? ਮੇਰੀ ਵੀ ਸੇਵਾ ਇਹ ਸੰਸਥਾ ਹੀ ਕਰ ਰਹੀ ਹੈ। ਅੱਛਾ ਵੈਸੇ ਤੁਹਾਡੇ ਕੋਲ ਬਾਹਰੋਂ ਪਹਿਲਾਂ ਕਿੰਨੇ ਕੁ ਪੈਸੇ ਮੰਗ ਲਏ ਸੀ ਜਦੋਂ ਪਹਿਲਾਂ? ਸਰ ਪਹਿਲਾਂ ਬਹੁਤ ਤੁਹਾਨੂੰ ਪਤਾ ਹੀ ਆ, ਬਹੁਤ ਮੰਗਦੇ ਪੈਸੇ, ਫਿਰ? 50-60 ਲੱਖ ਦਾ ਖਰਚਾ ਹੈਗਾ, 1.5-2 ਲੱਖ ਪਹਿਲਾਂ ਮੈਂ ਲਾ ਚੁੱਕਾ ਵਾਂ। 1.5 ਲੱਖ ਰੁਪਈਆ ਪਹਿਲਾਂ ਲਾ ਚੁੱਕੇ ਨੇ ਔਰ ਫਿਰ ਗਾਂ ਵੀ ਵੇਖੋ ਜੇ 1.5 ਲੱਖ ਪਹਿਲਾਂ ਲੱਗਾ ਤੇ 1.5-2 ਲੱਖ ਇਹਨਾਂ ਕੋਲ ਹੁਣ ਲੱਗਣਾ ਸੀ। ਪਰ ਇੱਥੇ ਤੁਹਾਨੂੰ ਕਿੰਨਾ ਖਰਚਾ ਗਿਆ ਜੀ ਇਸ ਹਸਪੀਟਲ ਦੱਸਿਓ ਮੜਿਆ, ਇਹ ਤੇ ਟੋਟਲ ਸਰ ਖਰਚਾ ਕਿੰਨਾ ਗਿਆ ਸੀ? ਟੋਟਲ ਸਰ ਤੁਸੀਂ 20,000 ਰੁਪਇਆ ਮੈਨੂੰ ਕਿਹਾ ਸੀ। 20,000 ਰੁਪਈਆ ਭਾਜੀ ਇਹਨਾਂ ਨੂੰ ਕਿਹਾ ਸੀ। ਤੇ ਤੁਹਾਨੂੰ ਨਾਲ ਕੀ ਗਿਆ ਸੀ ਕਿ ਜੇ 20,000 ਜਿੰਨਾ ਬਾਕੀ ਤੁਹਾਨੂੰ ਨਾਲ ਕਿਹਾ ਗਿਆ ਸੀ ਜਦੋਂ ਤੁਸੀਂ ਕੋਈ ਗੱਲ ਕੀਤੀ ਕਿ 20,000 ਰੁਪਇਆ ਸੀ, ਤੁਸੀਂ ਕੀ ਕਿਹਾ ਸੀ ਵੀ ਕਰ ਲਾਂਗੇ ਜਾਂ ਕੀ ਮਤਲਬ? ਸਰ ਮੈਂ ਤੁਹਾਡੇ ਨਾਲ ਇਹੋ ਗੱਲ ਹੋਈ, ਸੋਣੀ ਭਾਜੀ ਪਰਉਪਕਾਰ ਨੇ ਜਿਹੜੇ ਉਹਨਾਂ ਨਾਲ ਤੁਹਾਡੇ ਨਾਲ ਗੱਲ ਹੋਈ ਹੈ ਵੀ ਉਹਨਾਂ ਨੇ ਪੈਸੇ ਲਾਉਣੇ ਮੇਰੇ ਤੇ, ਠੀਕ ਹੈ ਠੀਕ ਹੈ। ਕਿਉਂਕਿ ਮੇਰੇ ਕੋਲ ਜਿਹੜਾ ਖਰਚਾ ਹੈ ਮੈਂ ਤਾਂ ਬਿਲਕੁਲ ਖਤਮ ਹੋ ਪਹਿਲਾਂ ਚੁੱਕਾ। 1.5 ਲੱਖ ਰੁਪਈਆ ਤੁਸੀਂ ਲਾਇਆ ਸੀ ਆਪਣੇ, ਹਾਂਜੀ ਹਾਂਜੀ ਹੁਣ ਵੀ ਤੁਹਾਡਾ ਇਹਨਾਂ ਦਾ 1.5-2 ਲੱਖ ਦਾ ਹੁਣ ਵੀ ਖਰਚਾ ਸੀ ਹਾਂਜੀ। ਤੇ ਤੁਹਾਨੂੰ 20,000 ਰੁਪਈਆ ਇੱਥੇ ਕਿਹਾ ਸੀਗਾ ਮਰੀਜ਼। ਹਾਂਜੀ ਔਰ ਇਹ ਸਾਡਾ ਕੰਮ ਕਰਨ ਦਾ ਤਰੀਕਾ ਹੈ। ਅਗਰ ਬਾਹਰ ਲੱਖ ਰੁਪਈਏ ਦਾ ਕੰਮ ਆ ਤੇ ਇੱਥੇ 15-20,000 ਰੁਪਈਆ ਅਸੀਂ ਕਹਿਣਾ, ਜੇ 1.5 ਲੱਖ ਦਾ ਕੰਮ ਆ ਤੇ 15-20,000 ਕਹਿਣਾ ਹੁੰਦਾ। ਔਰ ਉਹ ਵੀ ਮਰੀਜ਼ ਦੀ ਅੱਗੇ ਮਰਜ਼ੀ ਆ, ਹੁਣ ਮਰੀਜ਼ ਤੁਸੀਂ ਉਹ 20,000 ਰੁਪਇਆ ਵੀ ਦਿੱਤਾ ਇੱਥੇ? ਇਹ ਨਹੀਂ ਸਕਦਾ ਦੱਸੋ ਦੋ ਮਿੰਟ, ਇੱਕ ਵੀ ਰੁਪਇਆ ਨਹੀਂ ਅਜੇ ਦਿੱਤਾ। ਕੋਈ ਨਹੀਂ ਦਿੱਤਾ ਸਰ। ਪਰ ਅਸੀਂ ਕਹਿੰਦੇ ਜ਼ਰੂਰ ਆ ਮਰੀਜ਼ ਨੂੰ ਕਿ ਯਾਰ ਇੰਨੀ ਕੁ ਕੋਸ਼ਿਸ਼ ਵੈਸੇ ਕਰ ਲਓ, ਜਿੰਨਾ ਕੁ ਤੁਸੀਂ ਕਰ ਸਕਦੇ ਕਰਿਆ ਕਰੋ, ਕਿਉਂਕਿ ਖਰਚੇ ਵੀਰੇ ਬਹੁਤ ਜ਼ਿਆਦਾ ਨੇ। ਮੈਂ ਤੁਹਾਨੂੰ ਫੇਰ ਕਹਾਂਗਾ ਕਿ 8 ਲੱਖ ਰੁਪਈਆ ਸਾਡੀ ਡੋਨੇਸ਼ਨ ਆ, 7-8 ਲੱਖ ਰੁਪਈਏ ਦੇ ਲਾਗੇ ਸਾਗੇ, ਔਰ 60-70 ਲੱਖ ਰੁਪਈਏ ਦਾ ਸਾਡਾ ਮਹੀਨੇ ਦਾ ਖਰਚਾ। ਇੱਕ ਡਾਕਟਰ ਦੀ ਤਨਖਾਹ ਹੀ 5 ਲੱਖ ਆ, ਔਰ 5 ਲੱਖ ਬਿਜਲੀ ਦਾ ਬਿੱਲ, 115 ਸਟਾਫ ਨੇ ਇੱਥੇ, 115 ਜਣੇ ਜਿਹੜੇ ਮੁਲਾਜ਼ਮ ਨੇ ਹਸਪੀਟਲ 'ਚ, ਔਰ ਬੜੇ ਵੱਡੇ ਖਰਚੇ ਨੇ। ਤੇ ਇਹ ਅਗਰ ਹਸਪੀਟਲ ਚੱਲਣ ਡਿਆ ਵਾ ਤੇ ਮਾੜਾ ਮੋਟਾ ਮਰੀਜ਼ ਵਿਚਾਰੇ ਕਰਦੇ ਨੇ, ਕੋਈ 5,000 ਕੋਈ 6,000 ਕਰ ਕਰਕੇ, ਕੋਈ ਡੋਨੇਸ਼ਨ ਕਰਕੇ, ਕੁਝ ਇੱਧਰ ਉੱਧਰੋਂ ਕਰਕੇ ਇਹਨੂੰ ਚਲਾ ਰਹੇ ਆ। ਪਰ ਮੈਂ ਇੱਥੇ ਗੱਲ ਜ਼ਰੂਰ ਕਹਾਂਗਾ, ਜਿਵੇਂ ਭਾਜੀ ਨੇ ਕਹੀ ਆ ਕਿ ਚਲੋ ਜੇ ਤੁਸੀਂ ਇੱਥੇ ਸੇਵਾ ਸਾਨੂੰ ਭੇਜੋਗੇ ਤੇ ਹਸਪੀਟਲ ਹੋਰ ਵੱਡਾ ਬਣ ਜਾਏਗਾ। ਇੰਨਾ ਹੀ ਜ਼ਰੂਰ ਆ ਕਿ ਹਸਪੀਟਲ ਤੇ ਅਸੀਂ ਚਲਾਈ ਜਾਣ ਡੇ ਆ ਔਖਾ ਸੌਖਾ, ਪਰ ਇਹਨੂੰ ਅਗਰ ਹੋਰ ਵੱਡਾ ਕਰ ਦਾਂਗੇ ਅਗਰ ਤੁਸੀਂ ਮਤਲਬ ਥੋੜਾ ਸਾਨੂੰ ਸਾਥ ਦਿਓਗੇ। ਉਹ ਸਾਥ ਕਾਹਦਾ ਵਾ? ਇੱਟਾਂ ਦਾ, ਸਰੀਏ ਦਾ, ਸੀਮਟ ਦਾ, ਜਾਂ ਮਤਲਬ ਆ ਮਟੀਰੀਅਲ ਚੀਜ਼ਾਂ ਤੁਸੀਂ ਦੇ ਦਿਓ ਤੇ ਹਸਪੀਟਲ ਹੋਰ ਵੱਡਾ ਬਣ ਜਾਊ। ਠੀਕ ਹੈ। ਪਲੇਟ ਪਈ ਮਾਤਾ ਜੀ, ਕਦੀ ਪਲੇਟ ਪਈ ਤੁਹਾਡੇ? ਹਾਂਜੀ ਆ ਉਧਰ ਪੁੱਛੋ ਕੀ ਗੱਲ ਆ ਉਹਨਾਂ ਦੀ, ਭਲਾ ਕੋਈ ਗੱਲ ਕਰਨੀ ਚਾਹੁੰਦੇ ਕਿ ਸਿਰਫ ਪੁੱਛ ਕੇ ਮਿਲਣਾ ਚਾਹੁੰਦੇ ਤੁਹਾਨੂੰ। ਹਾਂ। ਹਾਂ ਸਭ ਦੇ ਇਹਨਾਂ ਦਾ ਕਾਹਦਾ ਸੀਗਾ ਤੁਹਾਡਾ? ਹਾਂਜੀ ਆ ਪੱਟ ਤੋਂ ਜੇ ਟੁੱਟ ਗਿਆ ਇਹਨਾਂ ਲੱਤ ਟੁੱਟ ਗਈ? ਹਾਂਜੀ ਸਰੀਆ ਪਾਇਆ। ਹਾਂ ਇਹਨਾਂ ਦਾ ਪੱਟ ਟੁੱਟ ਗਿਆ ਸੀ, ਲੱਤ ਟੁੱਟ ਗਈ ਸੀ, ਸਰੀਆ ਪਾਇਆ ਵਾ। ਹੁਣ ਵੇਖੋ ਮੈਨੂੰ ਮਰੀਜ਼ ਆਪ ਆਵਾਜ਼ਾਂ ਮਾਰ ਕੇ ਕਹਿ ਰਹੇ ਨੇ ਕਿ ਸਾਡੀ ਗੱਲ ਵੀ ਦੱਸੋ ਰੱਖੋ। ਇੱਕ ਮਰੀਜ਼ ਵਾਸਤੇ ਹੀ ਆਏਗੇ ਜਿਹੜਾ ਭਾਜੀ ਹੁਣਾਂ ਨੇ ਮਰੀਜ਼ ਘੱਲੇ ਬਲਕਾਰ ਸਿੰਘ ਵਾਸਤੇ ਆਇਆ ਸੀ ਮੈਂ ਤਾਂ, ਬਾਕੀ ਸਾਰੇ ਪਰ ਬਾਕੀ ਸਾਰੇ ਮਰੀਜ਼ ਕਹਿ ਰਹੇ ਕਿ ਅਸੀਂ ਵੀ ਸਾਡੀ ਵੀ ਗੱਲ। ਭੈਣ ਜੀ ਤੁਸੀਂ ਵੀ ਦੱਸੋ ਕਿ ਤੁਹਾਡਾ ਇੱਥੇ ਕਿੰਨਾ ਖਰਚਾ ਆਇਆ ਹਸਪੀਟਲ 'ਚ? ਹਾਂਜੀ ਸਾਰਾ ਦਵਾਈ ਦਾਰੂ ਤੇ ਚੱਲਦਾ ਤੁਹਾਡਾ, ਜਦ ਤੁਹਾਨੂੰ ਪਤਾ ਹੀ ਹੈ ਜੋ ਦਿੱਤਾ। ਨਹੀਂ ਉਦਾਂ ਦੱਸੋ ਤੁਸੀਂ ਕਿੰਨੇ ਪੈਸੇ ਦਿੱਤੇ ਨੇ ਇੱਥੇ? ਹਾਂਜੀ ਹੁਣ ਤੱਕ ਹਾਂ। ਅਜੇ ਦਵਾ ਦਾਰੂ ਤੇ ਆਉਂਦਾ ਹੈ ਤੇ ਉਹ 14,000 ਤੁਹਾਨੂੰ ਦਿੱਤਾ ਸੀ ਉਹ। 14 ਗਿਆ ਇਹਦਾ? ਹਾਂਜੀ। 14,000? ਹਾਂਜੀ। ਬਾਹਰੋਂ ਤੁਸੀਂ ਪਤਾ ਕੀਤਾ ਹੈਗਾ, ਬਾਹਰ ਤੁਹਾਨੂੰ ਕਿੰਨਾ ਖਰਚਾ ਗਿਆ? ਹਾਂਜੀ ਸਰ ਮੈਂ ਵੀ ਝੂਠੀ ਮਾਰਦੀ, ਨਾਲ ਦਿਆਂ ਨੂੰ ਪਤਾ। ਮੈਂ ਵੀ ਪੱਟ ਟੁੱਟਾ ਹੈ ਵੀਰ, ਮੈਂ ਤੁਹਾਨੂੰ ਇਹ ਦੱਸਾਂਗਾ ਕਿ ਪੱਟ ਟੁੱਟਾ ਵਾ। ਜਿਹੜਾ ਸਰੀਆ ਪਿਆ ਨਾ ਵਿੱਚ, ਤੁਸੀਂ ਸਰੀਆ ਵੇਖਣ ਦੇ ਜੇ, ਇਹ ਕੱਲਾ ਸਰੀਆ ਹੀ 11,000 ਰੁਪਏ ਦਾ ਸਰੀਆ ਹੀ ਆ। ਤੇ ਡਾਕਟਰ ਦੀ ਫੀਸ ਕਰ ਕਰਾ ਕੇ ਜਿਹੜਾ ਪੱਟ ਟੁੱਟਾ ਹੁੰਦਾ ਵਾ ਉਹਦਾ 70-80 ਹਜ਼ਾਰ ਰੁਪਏ ਦਾ ਖਰਚਾ ਵਾ। ਅਗਰ ਬਾਹਰ ਪ੍ਰਾਈਵੇਟ ਕਿਤੇ ਇਲਾਜ ਕਰਾਉਂਦੇ 70-80 ਹਜ਼ਾਰ ਦਾ, ਇੱਥੇ ਇਹਨਾਂ ਨੂੰ 14,000 ਰੁਪਇਆ ਕਿਹਾ। ਔਰ ਉਹ ਵੀ ਇਹਨਾਂ ਦੀ ਮਰਜ਼ੀ ਆ ਵੀ ਇਹਨਾਂ ਨੇ ਅਜੇ ਤੱਕ ਤੁਸੀਂ ਪੈਸੇ ਦਿੱਤੇ ਕਿ ਨਹੀਂ ਦੱਸਿਓ? ਜਮਾ ਕਰਾਤੇ ਪੈਸੇ। ਪੈਸੇ ਦੇ ਦੇ? ਅੱਛਾ ਜੀ। ਚਲੋ ਲਿਆ ਨਹੀਂ ਇਦਾਂ ਮਤਲਬ ਵਰਕ ਕੰਮ ਮਿਹਰਬਾਨੀ, ਬਸ ਚੰਗਾ ਸਾਡਾ ਕੇਸ ਚੱਲਣਾ ਹਾਂਜੀ, ਚਾਹੀਦਾ। ਦੱਸੋ ਤੁਸੀਂ। ਵਧੀਆ ਵਧੀਆ ਬਸ ਸਾਰਾ ਵਧੀਆ ਹੋ ਗਿਆ? ਹਾਂਜੀ ਵਧੀਆ, ਮੈਂ ਤੁਹਾਨੂੰ ਕਹਿਤਾ ਵੀ ਵਧੀਆ ਹੋ ਗਿਆ ਬਸ। ਬੋਲ ਨਹੀਂ ਸਕਦਾ? ਅੱਛਾ ਮਰੀਜ਼ ਬੋਲ ਨਹੀਂ ਬੋਲਦਾ ਨਹੀਂ ਸਕਦਾ? ਨਾ, ਇਹੋ ਤੇ ਗੱਲ ਆ। ਅੱਛਾ ਮਰੀਜ਼ ਕੋ ਬੋਲਿਆ ਵੀ ਨਹੀਂ ਜਾਂਦਾ? ਨਾ ਜੀ, ਗੱਲ ਮਰੀਜ਼ ਬਾਤ ਵਿਚਾਰਾ ਬੋਲ ਵੀ ਨਹੀਂ ਸਕਦਾ। ਤੁਸੀਂ ਕੀ ਲੱਗਦੇ ਇਹਨਾਂ ਦੇ? ਮੰਮੀ ਜੀ ਇਹਨਾਂ ਦੇ। ਚਲੋ ਹਾਂਜੀ ਸਾਡੀ ਮਿਹਰਬਾਨੀ ਆ। ਚਲੋ ਠੀਕ ਆ। ਠੀਕ ਹੈ ਡਾਕਟਰ ਸਾਹਿਬ, ਮਿਹਰਬਾਨੀ ਜੀ ਤੁਹਾਡੀ। ਜੇ ਕੋਈ ਹੋਰ ਇੱਕ ਦਾ ਮੈਂ ਭੇਜਿਆ ਤੇ ਕੋਈ ਗੱਲ ਨਹੀਂ, ਉਹ ਬਾਹਰ ਬੜੀ ਮਰੀਜ਼ ਉਧਰ ਅੱਜ ਇੱਕ ਵੀਡੀਓ ਮੈਂ ਵਿਖਾ ਦੂੰਗਾ। ਤੁਹਾਡਾ ਕਦਮ ਇਹ ਸਾਰੇ ਇਹਨਾਂ ਦਾ ਕੋਡਾ ਚੇਂਜ ਹੋਇਆ, ਅੰਮ੍ਰਿਤਸਰ ਆਏ ਨੇ। ਕਿੱਥੋਂ ਆਏ? ਤਰਨਤਾਰਨ।
ਸਾਰੀਆਂ ਸਾਰਾ ਇਹਨਾਂ ਦਾ ਗੋਡਾ ਬਦਲਿਆ ਹੈ। ਪ੍ਰਾਈਵੇਟ ਰੂਮ ਆ, ਮੈਂ ਤੁਹਾਨੂੰ ਦਿਖਾ ਲਾਂਗਾ ਵੀਰੇ ਜੀ। ਇਦਾਂ ਸਾਡੇ ਸੁਵਿਧਾ ਜਿਹੜੇ ਪ੍ਰਾਈਵੇਟ ਬਿਲਕੁਲ VIP ਫੈਸਿਲਿਟੀਜ਼ ਨੇ। ਇਹੋ ਪ੍ਰਾਈਵੇਟ ਜਿਹੜਾ ਰੂਮ ਆ ਨਾ, ਆਪ ਤੁਸੀਂ ਵੇਖ ਸਕਦੇ, ਇਹੋ ਕਿਸੇ ਹੋਰ ਪ੍ਰਾਈਵੇਟ ਹਸਪੀਟਲ ਦੇ ਵਿੱਚ ਇਦਾਂ ਹੀ AC ਰੂਮ, ਪ੍ਰਾਈਵੇਟ ਰੂਮ ਜਿਹੜੇ ਨੇ ਇੱਕ ਰੂਮ ਦਾ ਹੀ ਘੱਟੋ ਘੱਟ 5-6 ਹਜ਼ਾਰ ਰੁਪਈਆ ਇਕੱਲੇ ਰੂਮ ਦਾ ਹੀ ਲੈ ਲੈਂਦੇ ਨੇ ਰੋਜ਼ ਦਾ। ਔਰ ਇਹਨਾਂ ਦਾ ਗੋਡਾ ਬਦਲਿਆ ਹੈ ਔਰ ਚਲੋ ਇਹਨਾਂ ਦਾ ਇਲਾਜ ਹੋ ਰਿਹਾ ਹੈ। ਭੈਣ ਜੀ ਕਿਵੇਂ ਠੀਕ? ਹਾਂਜੀ ਠੀਕ ਹੈ ਤੇ ਸਾਈ ਸੰਤ ਰੋਜ਼ ਵੀ ਤਨੇ ਕਨੇ ਇਕੱਠਾ ਲੈਣਾ ਕੋਈ ਗੱਲ ਨਹੀਂ, ਕੋਈ ਨਹੀਂ ਭੈਣ ਜੀ, ਕੋਈ ਗੱਲ ਦੇਖ ਤੋਂ ਨਹੀਂ। ਹਾਂ ਲਿਆਓ। ਹਾਂ, ਇਹਨਾਂ ਦਾ ਗੋਡੇ ਬਦਲੇ, ਦੋਨੇ ਗੋਡੇ ਪੈਣੇ ਆ ਇਹਨਾਂ ਦੇ। ਮੈਂ ਤਾਂ ਵੇਖੇ ਜ਼ਰੂਰ ਇੱਕ ਬੜੀ ਹੈਰਾਨੀ ਵਾਲੀ ਗੱਲ ਦੱਸਾਂਗਾ ਕਿ ਇਹ ਦੋਨੇ ਗੋਡੇ ਜਿਹੜੇ 4 ਲੱਖ ਰੁਪਈਆ, 4 ਲੱਖ ਤੋਂ ਲੈ ਕੇ 5 ਲੱਖ ਰੁਪਈਆ ਲੱਗਦਾ ਹੈ। ਤੁਸੀਂ ਕਿਤੇ ਪਤਾ ਕਰ ਸਕਦੇ ਹੋ, ਇਹ ਨਹੀਂ ਕਿ ਮੈਂ ਗੱਲ ਕਰ ਰਿਹਾ। ਕਿਸੇ ਵੀ ਪ੍ਰਾਈਵੇਟ ਹਸਪੀਟਲ ਪਤਾ ਕਰੋ ਵੀ ਅਸੀਂ ਦੋਨੇ ਗੋਡੇ ਬਦਲਾਉਣੇ ਔਰ ਇੰਪੋਰਟੈਂਟ ਗੋਡੇ। ਜਿਮਰ ਕੰਪਨੀ ਦੇ ਇਹਨਾਂ ਨੂੰ ਗੋਡੇ ਪਾਏ ਨੇ ਔਰ ਜਿਮਰ ਕੰਪਨੀ ਆ ਬਕਾਇਦਾ ਨਾਲ ਹੀ ਪਰਚੀਆਂ ਲਿਸਟ ਸਟਿੱਪਰ ਲੱਗੀਆਂ ਨਾਲ ਕੰਪਨੀ ਦੇ ਜਿਹੜੇ ਸਟicker ਹੁੰਦੇ ਨੇ ਨਾਲ। ਹਾਂ, ਉਹ ਜਲ ਮੇਰੇ ਖਿਆਲ ਲਾਉਣੇ ਹੋਣੇ ਜੀ, ਹਨਾ ਲਾਉਣਗੇ। ਹਾਂਜੀ। ਔਰ ਮਤਲਬ 4 ਤੋਂ ਲੈ ਕੇ 5 ਲੱਖ ਰੁਪਏ ਤੱਕ ਦਾ ਖਰਚਾ ਹੁੰਦਾ ਹੈ ਜੇ ਦੋਨੇ ਗੋਡੇ ਬਦਲਾਉਣੇ ਹੋਣ। ਔਰ ਇੱਥੇ ਸਿਰਫ 65,000 ਰੁਪਈਆ ਜਿਹੜਾ ਹੈ ਗੋਡੇ ਦਾ ਜਿਹੜਾ ਖਰਚਾ ਹੈ, 65,000 ਰੁਪਏ 'ਚ ਗੋਡਾ ਬਦਲਿਆ ਹੈ। ਇਹ ਫਰਕ ਵਾ। ਔਰ ਇਹੀ ਤਕਲੀਫ ਆ ਲੋਕਾਂ ਨੂੰ ਭਾਜੀ ਬਾਹਰ ਜਿਹੜੇ ਬਾਕੀ ਡਾਕਟਰਸ ਨੇ। ਪ੍ਰੋਬਲਮ ਇਹੋ ਹੀ ਆ ਵੀ ਜਿਹੜਾ 5 ਲੱਖ ਰੁਪਈਆ ਲੈਂਦੇ ਸੀ ਤੇ 65,000 'ਚ ਕੰਮ ਕਰੀ ਜਾਂਦੇ ਨੇ। ਇਹੋ ਪ੍ਰੋਬਲਮ ਹੈ ਇਹਨਾਂ ਨੂੰ ਸਾਡੀ। ਕੱਲ ਇੱਕ ਮੈਨੂੰ ਫੋਨ ਵੀ ਆਇਆ ਸੀ, ਮੈਂ ਸਮਾਜ ਸੇਵੀਆਂ ਨੂੰ ਅਪੀਲ ਆ ਮੇਰੀ ਕਿ ਸਹੀ ਆਪਦਾ ਨਾ ਤਰੀਕੇ ਨਾਲ ਕੰਮ ਕਰੋ। ਕੱਲ ਮੈਨੂੰ ਕੋਈ ਫੋਨ ਆਇਆ ਸੀ ਵੀ ਇਹਨਾਂ ਸਮਾਜ ਸੇਵੀਆਂ ਦੇ ਕਾਰਨ ਦੂਸਰੇ ਸਮਾਜ ਸੇਵੀ ਜਿਹੜੇ ਸਹੀ ਕੰਮ ਕਰਦੇ ਸੀ, ਜਿਵੇਂ ਕਿ ਮਨੁੱਖਤਾ ਦੀ ਸੇਵਾ ਵਾਲੇ ਆ, ਉਹਨਾਂ ਦੀ ਵੀ ਡੋਨੇਸ਼ਨ ਰੁਕੀ ਹੈ। ਮੈਂ ਇਹਦੀ ਬਹੁਤ ਇਹਦੇ ਸਟ੍ਰਿਕਟ ਹੋਇਆ ਐਵੇਂ ਵੀ ਤੁਹਾਡੇ ਕਾਰਨ 2-3 NGO ਦੇ ਕਾਰਨ ਇਹ ਬਾਕੀ ਡੋਨੇਸ਼ਨ ਬਾਕੀ ਬੰਦ ਹੋ ਗਈ ਹੈ। ਮੈਂ ਇਹਨਾਂ ਦੇ ਵੀਰਾਂ ਨੂੰ ਅਪੀਲ ਕਰਦਾ ਹਾਂ ਕਿ ਜੇਕਰ ਡੋਨੇਸ਼ਨ ਕਰਨੀ ਤਸਦੀਕ ਕਰੋ। ਤੁਹਾਡੇ ਵੀ ਪਿੰਡਾਂ ਦੇ ਵਿੱਚ ਲੋਕ ਬੈਠੇ ਐ, ਤੁਹਾਡੇ ਰਿਸ਼ਤੇਦਾਰ, ਉਹਨੂੰ ਤਸਦੀਕ ਕਰਾ ਲਿਓ ਵਾਕਿਆ ਵੀ ਇਹਨੂੰ ਚਾਹੀਦਾ ਫਿਰ ਉਹਦਾ ਇਲਾਜ ਕਰਾ ਦਿਓ। ਤੇ ਨਹੀਂ ਐ ਨਾ ਸਿੱਟੋ, ਕਿਉਂਕਿ ਤੁਸੀਂ ਜਿਹੜੀਆਂ ਉੱਥੇ 18-18 20-20 ਘੰਟੇ ਤੁਸੀਂ ਟਰੱਕ ਚਲਾਉਂਦੇ ਹੋ, ਗੱਡੀਆਂ 'ਚ ਉੱਠ ਕੇ ਉੱਥੋਂ ਹੀ ਗੱਡੀਆਂ 'ਚੋਂ ਨਹਾ ਲੈਂਦੇ ਹੋ। ਮੈਂ ਅੱਜ ਬਾਈ ਬਘੇਲ ਦੀ ਗੱਲ ਸੁਣੀ ਜਾਂਦਾ, ਇਹ ਕਹਿੰਦਾ ਮੈਂ ਰੋਟੀ ਕੱਲ ਦੀ ਪੈਕ ਕਰੀ ਫਿਰਦਾ, ਅੱਧੀ ਅੱਜ ਖਾਊਂਗਾ ਅੱਧੀ ਕੱਲ੍ਹ। ਇਸ ਕਰਕੇ ਪੈਸਾ ਬੜਾ ਮੁਸ਼ਕਲ ਬਣਦਾ ਤੇ ਜੋ ਵੀ ਇਹ ਚੀਜ਼ ਤੇ ਥੋੜਾ ਜਿਹਾ ਧਿਆਨ ਰੱਖੋ। ਤੇ ਬਾਕੀ ਬੇਗੀ ਦੇ ਡਾਕਟਰ ਸਾਹਿਬ ਨੇ ਤੁਹਾਨੂੰ ਦੱਸਤਾ ਹੈ ਤੇ ਅੱਜ ਅਸੀਂ ਇਹਦੀ ਥੋੜਾ ਜਿਹਾ ਪ੍ਰੋਮੋ ਚਲਾਇਆ ਜੀ ਅੱਜ। ਠੀਕ ਹੈ ਜੀ, ਇਹ ਪ੍ਰੋਮੋ ਹੀ ਹੈ ਸਾਡਾ। ਇਸ ਤਰ੍ਹਾਂ ਸੇਵਾ ਕਰੋ। ਮੈਂ ਤੁਹਾਨੂੰ ਸੰਕੇਤ ਪਹਿਲੇ ਵੀ ਦਿਨ ਵੀ ਇਹ ਸੰਕੇਤ ਦਿੱਤਾ। ਦੇਖੋ ਭਾਜੀ ਉਹਨਾਂ ਨੇ ਸਾਡੇ ਕੋਲ ਮਰੀਜ਼ ਘੱਲਿਆ ਵਾ, ਚਲੋ ਉਹਦਾ ਇਲਾਜ ਹੋਇਆ ਵਾ। ਮੈਂ ਫਿਰ ਇਹ ਗੱਲ ਕਹਾਂਗਾ ਕਿ ਜੇਕਰ ਇਦਾਂ ਦੇ ਲੋਕ ਸਵਾਲ ਉਠਾਉਂਦੇ ਨੇ, ਅਗਰ ਇਹਨਾਂ ਨੇ ਸਵਾਲ ਉਠਾਇਆ ਕਿ ਸਾਨੂੰ ਹਿਸਾਬ ਚਾਹੀਦਾ ਤੇ ਹਿਸਾਬ ਦੇਣਾ ਚਾਹੀਦਾ ਵਾ। ਮੇਰਾ ਮੇਨ ਇਹ ਭਾਜੀ ਜ਼ਰੂਰ ਹੈ ਕਿ 1-1 ਰੁਪਏ ਦਾ ਸਾਨੂੰ ਹਿਸਾਬ ਦੇਣਾ ਚਾਹੀਦਾ। ਬਾਕੀ ਮਰੀਜ਼ ਜਿਹੜੇ ਨੇ ਇਹਨਾਂ ਜਿਆਦਾ ਦਮ ਮੇਰੇ ਵੱਲ ਨੂੰ ਕਰਿਓ ਤੁਹਾਡਾ। ਹਾਂ, ਇਹਨਾਂ ਰਸ ਨਾ ਕਰੋ ਲਾਗੇ ਯਾਰ, ਮੇਰਾ ਵੀਡੀਓ ਜ਼ਿਆਦਾ ਨਹੀਂ। ਇਹ ਵੀ ਸਾਰੇ ਬਾਡੀ ਮਤਲਬ ਵੈਸੇ ਤਾਂ ਸਾਡੇ ਕੋਲ 200-300 ਮਰੀਜ਼ ਦਾਖਲ ਆ। ਕੱਲਾ ਮਰੀਜ਼ ਤੇ ਵਿਖਾ ਲੈਣਾ ਬੜਾ ਔਖਾ। ਨਹੀਂ ਪਿਛਲੀ ਜਗ੍ਹਾ ਜਿਹੜੀ ਹੈ ਕਰ ਲਓ। ਹੈ ਪਿਛਲੀ ਜਗ੍ਹਾ ਦਿਖਾਣੀ, ਪਿੱਛੇ ਜਗ੍ਹਾ ਪਿੱਛੇ ਜਾਣਾ ਪੈਣਾ ਕਾਫੀ ਉੱਤਰ ਕੇ। ਇਧਰ ਦੀ ਵਿਖਾ ਇੱਧਰ ਦਿਖਾ ਦਿਓ। ਨਹੀਂ ਫੇਰ ਬੱਚੇ ਆਓ ਦੇਖੋ ਇੱਧਰ ਸਾਹਮਣੇ ਇਧਰ ਦੀ ਖਾ ਸਕਦੇ ਸਾਹਮਣੇ ਆ ਸਾਰੀ ਜਗ੍ਹਾ। ਇਹ ਜਗ੍ਹਾ ਵਾ ਜਿਹੜੀ ਪਿੱਛੇ ਸ਼ੁਰੂ ਕਰ ਲੱਗੇ। ਇਹ ਬੈਕ ਸਾਈਡ ਜਿਹੜੀ ਜਗ੍ਹਾ ਵਿਖਾਲੀ ਆ, ਇਹ ਪਿੱਛੇ ਆਪਾਂ ਹੁਣ ਨਵਾਂ ਦੂਜਾ ਹਸਪੀਟਲ ਜਿਹੜਾ ਵਾ ਇਹਨੂੰ ਥੋੜਾ ਵਧਾਉਣ ਲੱਗੇ ਆ, ਵੱਡਾ ਕਰਨ ਲੱਗੇ ਆ। ਅੱਜ 2 ਮਿੰਟ ਖਾਚੀ ਕੋਈ ਕਰ। ਠੀਕ ਹੈ ਫਿਰ ਕਰ ਲਓ ਕਵਰ। ਮੈਂ ਮੁੜਿਆ